ਅਗਲਾ ਸਵਾਲ ਜਿਹੜਾ ਹੈ ਉਹ ਸਾਡੀ ਮਰਿਆਦਾ ਨਾਲ ਸੰਬੰਧਿਤ ਹੈ ਤੇ ਉਹ ਇਹ ਹੈ ਕਿ ਜਿਸ ਵੇਲੇ ਕੋਈ ਪੁਰਾਣੀ ਚੜ੍ਹਾਈ ਕਰ ਜਾਂਦਾ ਹੈ, ਤਾਂ ਸਾਡੀ ਇੱਕ ਇਹ ਟ੍ਰੈਡੀਸ਼ਨ ਹੈ, ਰਵਾਇਤ ਹੈ ਕਿ ਪੁਰਾਣੀ ਦੀ ਚੜ੍ਹਾਈ ਕਰਨ ਤੋਂ ਬਾਅਦ ਉਹਦੇ ਆਪਾਂ ਯਾਦ ਵਿੱਚ ਕਹਿ ਲਈਏ ਕਿ ਸਹਿਜ ਪਾਠ ਜਾਂ ਅਖੰਡ ਪਾਠ ਰੱਖਿਆ ਜਾਂਦਾ। ਵੈਸੇ ਸਹਿਜ ਪਾਠ ਕਰਨਾ ਚਾਹੀਦਾ ਹੈ, ਪਰ ਕਈ ਵਾਰ ਸਮੇਂ ਦੀ ਘਾਟ ਕਰਕੇ ਅਖੰਡ ਪਾਠ ਕੀਤਾ ਜਾਂਦਾ ਹੈ। ਤੋ ਸਾਨੂੰ ਸਵਾਲ ਜਿਹੜਾ ਆਇਆ ਉਹ ਇਹੀ ਹੈ ਕਿ ਕਿਸੇ ਨਿਮਿਤ ਪਾਠ ਰੱਖਣਾ ਜਾਂ ਕਰਨਾ। ਰੱਖਣੇ ਦਾ ਭਾਵ ਸ਼ਾਇਦ ਇਹ ਹੋਏਗਾ ਕਿ ਜੇ ਆਪ ਨਹੀਂ ਕਰਦੇ ਘਰ ਵਾਲੇ ਤੇ ਪਾਠੀ ਸਿੰਘਾਂ ਤੋਂ ਕਰਾਉਣ। ਰੱਖਣਾ ਜਾਂ ਕਰਨਾ ਕਿਆ ਇਹ ਗੁਰਮਤਿ ਦੇ ਆਸ਼ੇ ਅਨੁਸਾਰ ਠੀਕ ਹੈ ਕਿ ਨਹੀਂ ਹੈ। ਮੈਂ ਬੇਨਤੀ ਕਰ ਰਿਹਾ ਵੀਰ ਕਿੱਕਰ ਸਿੰਘ ਜੀ ਨੂੰ ਵੀ ਉਹ ਕਿਰਪਾ ਕਰਕੇ ਸਾਨੂੰ ਇਹ 'ਤੇ ਚਾਨਣਾ ਪਾਓ ਜੀ, ਵੀ ਆਇਆ ਕੋਈ ਪੁਰਾਣੀ ਚੜ੍ਹਾਈ ਕਰ ਜਾਏ ਤਾਂ ਉਹਦੇ ਨਿਮਿਤ ਪਾਠ ਰੱਖਣਾ ਚਾਹੀਦਾ ਹੈ, ਨਹੀਂ ਚਾਹੀਦਾ ਹੈ। ਹਾਂਜੀ, ਕਿੱਕਰ ਸਿੰਘ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਹਾਂ ਵੀਰ ਜੀ, ਇਸ ਤੋਂ ਪਹਿਲਾਂ ਕਿ ਮੈਂ ਇਸ ਸਵਾਲ ਦਾ ਜਵਾਬ ਦੇਵਾਂ, ਮੈਂ ਸੁਖਮਨੀ ਸਾਹਿਬ ਦੀ ਜਿਹੜੀ 13ਵੀਂ ਅਸ਼ਟਪਦੀ ਹੈ ਉਹਦੇ ਵਿੱਚੋਂ ਕੁਝ ਵਿਚਾਰ ਕਰਨੀ ਚਾਹੁੰਦਾ। ਉਸ ਦੇ ਵਿੱਚ ਤਕਰੀਬਨ ਸਾਰੀ ਅਸ਼ਟਪਦੀ ਦੇ ਵਿੱਚ ਗੁਰੂ ਸਾਹਿਬ ਦੀ ਨਿੰਦਿਆ ਬਾਰੇ ਲਿਖਿਆ। ਅਗਰ ਕੋਈ ਨਿੰਦਿਆ ਕਰਦਾ ਹੈ ਤਾਂ ਉਸ ਨਾਲ ਕੀ ਕੁਝ ਹੁੰਦਾ, ਲੇਕਿਨ ਅਖੀਰ ਦੇ ਵਿੱਚ ਗੁਰੂ ਸਾਹਿਬ ਨੇ ਲਿਖਿਆ ਵੀ ਅਗਰ ਗੁਰੂ ਸਾਹਿਬਾਨ ਚਾਹੇ ਸੰਤ ਭਾਵੈ ਤਾਂ ਉਸ ਕਾ ਪਈ ਹੋਏ ਮੋਖ। ਮੈਂ ਸਿਰਫ ਕੇਵਲ ਟੂਕ ਮਾਤਰ ਹੀ ਬਾਣੀ ਉਚਾਰਨ ਕਰਾਂਗਾ। ਜਿਹੜੀ ਇਹ ਪਹਿਲੀ ਪੌੜੀ ਹੈ ਜੀ 13ਵੀਂ ਅਸ਼ਟਪਦੀ ਦੀ ਪਹਿਲੀ ਪੌੜੀ ਸੁਖਮਨੀ ਸਾਹਿਬ ਦੀ, ਸੰਤ ਕੇ ਦੁਖਨ ਆਰਜਾ ਘਟੈ, ਸੰਤ ਕੇ ਦੁਖਨ ਜਮ ਤੇ ਨਹੀਂ ਛੁਟੈ। ਲੇਕਿਨ ਇਸ ਪੌੜੀ ਦੇ ਅਖੀਰ ਵਿੱਚ ਸੰਤ ਕਿਰਪਾਲ ਕਿਰਪਾ ਜੇ ਕਰੈ, ਨਾਨਕ ਸੰਤ ਸੰਗ ਨਿੰਦਕ ਭੀ ਧਰੈ। ਇਸੇ ਤਰ੍ਹਾਂ ਹੀ ਅਗਲੀ ਪੌੜੀ ਦੇ ਵਿੱਚ ਸੰਤ ਕੇ ਦੁਖਣ ਤੇ ਮੁਖ ਪਵੈ। ਅਖੀਰ ਦੇ ਵਿੱਚ ਗੁਰੂ ਸਾਹਿਬ ਲਿਖਦੇ ਆ, ਸੰਤ ਦੋਖੀ ਕਾ ਥਾਉ ਕੋ ਨਾਹੇ, ਨਾਨਕ ਸੰਤ ਭਾਵੈ ਤਾਂ ਓਏ ਭੀ ਗਤ ਪਾਹੇ। ਫਿਰ ਅਗਲੀ ਪੌੜੀ ਦੇ ਵਿੱਚ ਫਿਰ ਜੀ ਉਹੀ ਤਕਰੀਬਨ ਪੈਟਰਨ ਚੱਲ ਰਿਹਾ। ਸੰਤ ਕਾ ਨਿੰਦਕ ਮਹਾ ਤਤਾਈ, ਸੰਤ ਕਾ ਨਿੰਦਕ ਖਿਨ ਟਿਕਨ ਨਾ ਪਾਈ। ਲੇਕਿਨ ਇਸ ਪੌੜੀ ਦੇ ਅਖੀਰ ਵਿੱਚ ਸੰਤ ਕੀ ਨਿੰਦਾ ਦੋਖ ਮੈਂ ਦੋਖ, ਨਾਨਕ ਸੰਤ ਭਾਵੈ ਤਾਂ ਉਸ ਕਾ ਪਈ ਹੋਏ ਮੋਹ। ਇਸੇ ਤਰ੍ਹਾਂ ਹੀ ਅਗਲੀ ਪੌੜੀ ਵਿੱਚ ਹੈ ਜੀ, ਸੰਤ ਕਾ ਦੋਖੀ ਸਦਾ ਪਵਿੱਤ, ਸੰਤ ਕਾ ਦੋਖੀ ਕਿਸੇ ਕਾ ਨਹੀਂ ਮਿੱਤ। ਸੰਤ ਕੀ ਦੁਖਣਾ ਸੁਖ ਤੇ ਟਰੈ। ਅਖੀਰ ਦੇ ਵਿੱਚ ਕਹਿੰਦੇ ਸੰਤ ਕੇ ਦੋਖੀ ਕੋ ਨਾਹੀ ਠਾਉ, ਨਾਨਕ ਸੰਤ ਭਾਵੈ ਤਾਂ ਲੈ ਮਿਲਾਏ। ਫਿਰ ਇਸੇ ਤਰ੍ਹਾਂ ਹੀ ਪੰਜਵੀਂ ਹੈ ਜੀ, ਸੰਤ ਕਾ ਦੋਖੀ ਅਧ ਬੀਜ ਤੇ ਟੂਟੇ। ਲੇਕਿਨ ਅਖੀਰ ਦੇ ਵਿੱਚ ਇਸੇ ਪੌੜੀ ਦੇ ਵਿੱਚ ਸੰਤ ਕੇ ਦੋਖੀ ਕੋ ਅਵਰ ਨਾ ਰਾਖਣ ਹਾਰ, ਨਾਨਕ ਸੰਤ ਭਾਵੈ ਤਾਂ ਲੈ ਉਬਾਰ। ਹੁਣ ਇਸ ਤੋਂ ਕੋਈ ਸ਼ੰਕਾ ਨਹੀਂ ਰਹਿ ਜਾਂਦੀ, ਅਗਰ ਗੁਰੂ ਸਾਹਿਬਾਨ ਬਖਸ਼ਣ ਤੇ ਆਉਣ, ਕਿਰਪਾ ਕਰਨ ਤਾਂ ਸਭ ਕੁਝ ਸੰਭਵ ਹੈ ਜੀ। ਲੇਕਿਨ ਜੋ ਸਾਡੀ ਮਰਿਆਦਾ ਉਹਦੇ ਮੁਤਾਬਕ ਮੈਂ ਸਿਰਫ ਜਿਹੜਾ ਮ੍ਰਿਤਕ ਸੰਸਕਾਰ ਦਾ ਭਾਗ ਹੈ ਜੀ, ਹੈਡਿੰਗ ਮ੍ਰਿਤਕ ਸੰਸਕਾਰ, ਇਹਦਾ ਹਾਹਾ ਭਾਗ, ਉਹਦੇ ਵਿੱਚ ਬੜਾ ਸਪਸ਼ਟ ਤੌਰ ਤੇ ਲਿਖਿਆ ਹੈ ਜੀ ਕਿ ਜਿਹੜਾ ਮ੍ਰਿਤਕ ਪ੍ਰਾਣੀ ਹੈ, ਆਪਾਂ ਉਹਦੀ ਨਿਮਿਤ ਕਹਿ ਲਓ ਜਾਂ ਜਿਹੜੇ ਮਗਰ ਜੀਵ ਹੈਗੇ ਆ, ਉਹਦੇ ਰਿਸ਼ਤੇਦਾਰ, ਭੈਣ ਭਰਾ, ਮਾਤਾ ਪਿਤਾ ਜਾਂ ਸਾਕ ਸੰਬੰਧੀ ਹੈਗੇ ਆ, ਉਹਨਾਂ ਦੇ ਧਰਵਾਸ ਲਈ, ਉਹਨਾਂ ਦੇ ਮਨ ਦੇ ਟਿਕਾਓ ਲਈ, ਉਹਨਾਂ ਦੀ ਸ਼ਾਂਤੀ ਲਈ ਇਹ ਕੇਵਲ ਇੱਕ ਲਫ਼ਜ਼ਾਂ ਦਾ ਹੀ ਹੇਰ ਫੇਰ ਹੈ। ਤੇ ਮੈਂ ਸਮਝਦਾ ਵੀ ਪਾਠ ਜ਼ਰੂਰੀ ਹੈ। ਆਪਾਂ ਉਹਨੂੰ ਨਿਮਿਤ ਨਾ ਕਹੀਏ, ਬਲਕਿ ਜਿਹੜੇ ਜੀਵ ਮਗਰ ਰਹਿ ਗਏ ਹੈ ਤਾਂ ਕਿ ਉਹਨਾਂ ਦੇ ਮਨ ਨੂੰ ਸ਼ਾਂਤੀ ਮਿਲੇ, ਉਹਨਾਂ ਦੇ ਮਨ ਨੂੰ ਟਿਕਾ ਮਿਲੇ, ਉਹਨਾਂ ਦਾ ਧਿਆਨ ਬਾਰ-ਬਾਰ ਮ੍ਰਿਤਕ ਪ੍ਰਾਣੀ ਵੱਲ ਨਾ ਜਾਵੇ ਤੇ ਉਹ ਰੱਬ ਦੀ ਰਜ਼ਾ ਦੇ ਵਿੱਚ ਰਾਜੀ ਰਹਿਣ, ਉਹ ਉਸ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਣ। ਚਲੋ ਇਹ ਇੱਕ ਬਹਾਨਾ ਹੀ ਸੀ। ਜੇ ਆਪਾਂ ਹੁਣ ਨਾ ਪਾਠ ਰਖਾਈਏ ਤਾਂ ਫਿਰ ਆਪਾਂ ਕੀ ਕਰਾਂਗੇ ਜੀ? ਘਰੇ ਬੈਠੇ ਰਿਸ਼ਤੇਦਾਰ ਆਉਣਗੇ, ਉਹ ਬਾਰ-ਬਾਰ ਉਹੀ ਗੱਲਾਂ ਕਰਨਗੇ, ਬੜਾ ਮਾੜਾ ਹੋਇਆ ਜੀ, ਆਦਮੀ ਬੜਾ ਵਧੀਆ ਸੀ ਜੀ, ਉਹ ਤਾਂ ਮਤਲਬ ਇਹ ਕਹਿ ਲਓ ਵੀ ਢਿੰਡੀ ਕਲਾ ਵਾਲੀਆਂ ਹੀ ਗੱਲਾਂ ਕਰਨਗੇ। ਜੇ ਅਸੀਂ ਗੁਰਬਾਣੀ ਪੜ੍ਹਾਂਗੇ, ਕੋਈ ਗੁਰਬਾਣੀ ਦੀ ਵਿਚਾਰਧਾਰਾ ਹੋਏਗੀ, ਬੜਾ ਸਪਸ਼ਟ ਲਿਖਿਆ ਕਿ ਸਾਰੇ ਜੀਅ ਰਲ ਮਿਲ ਕੇ ਪਾਠ ਕਰਨ, ਖੁਦ ਪਰਿਵਾਰ ਵਾਲੇ। ਜੇ ਕਿਸੇ ਕਾਰਨ ਕਰਕੇ ਉਹ ਪਾਠ ਨਹੀਂ ਕਰਵਾ ਸਕਦੇ ਤਾਂ ਕਿਸੇ ਚੰਗੇ ਪਾਠੀ ਤੋਂ ਪਾਠ ਸੁਣ ਲੈਣ। ਹੁਣ ਸੁਣ ਦੀ ਕੰਡੀਸ਼ਨ ਹੈ ਜਿਹੜੀ ਅਸੀਂ ਪੂਰੀ ਨਹੀਂ ਕਰਦੇ, ਉਹ ਸਾਡੀ ਕਮਜ਼ੋਰੀ ਹੈ।
ਜੇ ਅਸੀਂ ਪਾਠ ਨਹੀਂ ਕਰ ਸਕਦੇ ਉਹ ਸਾਡੀ ਕੋਈ ਕਮਜ਼ੋਰੀ ਹੋ ਸਕਦੀ ਹੈ, ਜੇ ਅਸੀਂ ਪਾਠ ਨਹੀਂ ਸੁਣਦੇ ਉਹ ਸਾਡੀ ਗਲਤੀ ਹੈ। ਪਰ ਆਪਾਂ ਇਹ ਨਹੀਂ ਕਹਿ ਸਕਦੇ ਜੀ ਵੀ ਪਾਠ ਨਹੀਂ ਕਰਾਉਣਾ ਚਾਹੀਦਾ, ਸਗੋਂ ਮਤਲਬ ਇਹ ਇੱਕ ਬਹਾਨਾ ਹੀ ਹੈ, ਉਹਦੀ ਵਜ੍ਹਾ ਹੀ ਹੈ ਕਿ ਸਾਨੂੰ ਇੱਕ ਸਬੱਬ ਬਣਿਆ ਘਰੇ ਗੁਰੂ ਮਹਾਰਾਜ ਦੇ ਚਰਨ ਪਾਉਣ ਦਾ, ਪਾਠ ਸੁਣਨ ਦਾ, ਚਾਹੇ ਖੁਸ਼ੀ ਹੋਵੇ ਗਮੀ ਹੋਵੇ, ਕਿਸੇ ਵੀ ਪ੍ਰਕਾਰ ਦਾ ਕੋਈ ਗ੍ਰਹਿ ਪ੍ਰਵੇਸ਼ ਹੋਵੇ, ਦੁਕਾਨ ਪ੍ਰਵੇਸ਼ ਹੋਵੇ, ਕੋਈ ਨਵਾਂ ਕੰਮ ਸ਼ੁਰੂ ਕੀਤਾ ਹੋਵੇ, ਘਾਟਾ ਹੋਵੇ ਵਾਧਾ ਹੋਵੇ, ਅਸੀਂ ਹਮੇਸ਼ਾ ਹੀ ਗੁਰੂ ਦਾ ਸ਼ੁਕਰਾਨਾ ਕਰਨਾ ਜੀ, ਉਹਦੇ ਮੂਹਰੇ ਅਰਦਾਸ ਕਰਨੀ ਹੈ। ਉਹ ਬਖਸ਼ਣਾ ਨਾ ਬਖਸ਼ਣਾ, ਕਿਸੇ ਨੂੰ ਤਾਰਨਾ ਨਾ ਤਾਰਨਾ, ਵਾਧਾ ਘਾਟਾ, ਇਹ ਸਾਰੀਆਂ ਗੁਰੂ ਸਾਹਿਬ ਹੀ ਜਾਣਦੇ ਆ ਜੀ। ਸਿੱਖ ਦਾ ਕੰਮ ਕੇਵਲ ਤੇ ਕੇਵਲ ਗੁਰੂ ਅੱਗੇ ਅਰਦਾਸ ਕਰਨੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ। ਤੋ ਸਾਧ ਸੰਗਤ ਜੀ, ਕਿਉਂਕਿ ਅਸੀਂ ਸੰਸਾਰੀ ਜੀਵ ਹਾਂ, ਸਾਰਿਆਂ ਦੀ ਬਿਰਤੀ ਜਿਹੜੀ ਐਡੀ ਉੱਚੀ ਨਹੀਂ ਹੋ ਸਕਦੀ ਕਿ ਹਰ ਚੀਜ਼ ਨੂੰ ਮਿੱਠਾ ਕਰਕੇ ਮੰਨਿਆ ਜਾਏ। ਹਾਲਾਂਕਿ ਉਸ ਪਾਸੇ ਐਫਰਟਸ ਜ਼ਰੂਰ ਨੇ, ਗੁਰਬਾਣੀ ਸਾਨੂੰ ਗਾਈਡ ਕਰਦੀ ਹੈ, ਉਧਰ ਚੱਲਣਾ ਹੈ, ਆਪਣੇ ਮਨ ਤੇ ਕਾਬੂ ਪਾਉਣਾ ਹੈ। ਪਰ ਫਿਰ ਵੀ ਸੰਸਾਰਕ ਰਿਸ਼ਤਿਆਂ ਵਿੱਚ ਜਿਸ ਵੇਲੇ ਕੋਈ ਵੀ ਕਮੀ ਆ ਜਾਏ, ਕੋਈ ਚੀਜ਼ ਗੁਆਚ ਜਾਏ ਮਾਮੂਲੀ ਜਿਹੀ, ਤਾਂ ਵੀ ਸਾਨੂੰ ਇੱਕ ਵਾਰੀ ਥੋੜਾ ਉਹਦਾ ਫੀਲਿੰਗ ਹੁੰਦੀ ਹੈ। ਤੋ ਇੱਕ ਪ੍ਰਾਣੀ ਜਿਹਦਾ ਕਈ ਚਿਰਾਂ ਤੋਂ ਸਾਥ ਬਣਿਆ ਹੁੰਦਾ, ਸੰਬੰਧ ਹੁੰਦਾ, ਉਹਦੇ ਜਿਸ ਵੇਲੇ ਚਲੇ ਜਾਣ ਤੇ ਜ਼ਰੂਰੀ ਗੱਲ ਹੈ ਕਿ ਮਨ ਤੇ ਅਸਰ ਤਾਂ ਹੁੰਦਾ। ਤੋ ਗੁਰਬਾਣੀ ਤਾਂ ਕਿਉਂਕਿ ਸਰਬ ਲੋਕ ਕਾ ਔਖਦ ਨਾਮ ਹੈ, ਤੇ ਗੁਰਬਾਣੀ ਜਿਹੜੀ ਹੈ ਤਾਂ ਹਰ ਵੇਲੇ ਸਾਨੂੰ ਚੜ੍ਹਦੀ ਕਲਾ ਬਖਸ਼ਦੀ ਹੈ। ਤੋ ਇਸ ਕਰਕੇ ਇਹ ਜਿਹੜਾ ਸਾਡੀ ਮਰਿਆਦਾ 'ਚ ਵੀ ਲਿਖਿਆ ਹੈ, ਔਰ ਜਿਵੇਂ ਵੀਰ ਕਿੱਕਰ ਸਿੰਘ ਨੇ ਕਿਹਾ ਕਿ ਪਾਠ ਰਖਾਣ 'ਚ ਇਹਦੇ 'ਚ ਕੋਈ ਉਜ਼ਰ ਨਹੀਂ ਹੋਣਾ ਚਾਹੀਦਾ, ਸਗੋਂ ਚੰਗੀ ਗੱਲ ਹੈ, ਪਾਠ ਰੱਖਣਾ ਚਾਹੀਦਾ। ਉਹਨਾਂ ਵੀ ਬੜੇ ਕਲੀਅਰ ਤਰੀਕੇ ਨਾਲ ਡਿਟੇਲ 'ਚ ਦੱਸਿਆ ਕਿ ਜੇ ਨਹੀਂ ਰੱਖਾਂਗੇ ਤਾਂ ਕੀ ਕਰਾਂਗੇ। ਤੋ ਜ਼ਰੂਰੀ ਗੱਲ ਹੈ ਕਿ ਜਿਸ ਵੇਲੇ ਬਾਣੀ ਆਪਾਂ ਪੜ੍ਹਦੇ ਹਾਂ ਕਿ ਸਾਨੂੰ ਕੁਛ ਗਿਆਨ ਪ੍ਰਾਪਤ ਹੁੰਦਾ ਹੈ, ਕੁਛ ਮਨ ਨੂੰ ਜਿੱਥੇ ਢਾਰਸ ਮਿਲਦਾ ਹੈ, ਉੱਥੇ ਸਾਨੂੰ ਬਾਣੀ ਦੀ ਲੋਅ ਵਿੱਚ ਬੜਾ ਕੁਝ ਹੋਰ ਪਤਾ ਲੱਗ ਜਾਂਦਾ ਹੈ। ਦੇਖੋ, ਇਹ ਬਾਣੀ ਤਾਂ ਆਪਾਂ ਜਿੰਨੀ ਵੀ ਪੜ੍ਹ ਲਈਏ ਸਾਰੀ ਉਮਰ 'ਚ ਉਨੀ ਥੋੜ੍ਹੀ ਹੈ। ਤਾਂ ਇਸ ਕਰਕੇ ਕੋਈ ਵੀ ਬਹਾਨਾ ਹੋ ਜਾਏ ਬਾਣੀ ਪੜ੍ਹਨ ਦਾ, ਉਹ ਚੰਗੀ ਗੱਲ ਹੈ। ਹੁਣ ਅੱਜ ਜਿਹੜੀ ਆਪਾਂ ਕਲਾਸ ਲਾਉਣੇ ਹੁਣ ਚੱਲ ਰਹੀ ਹੈ, ਇਹ ਹੁਣ ਮੇਰੇ ਖਿਆਲ 1 ਸਾਲ ਤੋਂ ਜ਼ਿਆਦਾ ਆਪਾਂ ਹੋ ਗਏ। ਤਾਂ ਤੁਸੀਂ ਦੇਖ ਲਓ ਵੀ ਜੇ ਆਪਾਂ ਇਹ ਸਵੇਰ ਦੀ ਉਦਮ ਨਾ ਹੋਵੇ ਤਾਂ ਜ਼ਰੂਰੀ ਗੱਲ ਹੈ, ਜ਼ਰੂਰੀ ਨਹੀਂ ਕਿ ਅਸੀਂ ਸਾਰੇ ਇਸ 1 ਘੰਟੇ ਡੇਢ ਦੇ ਸਮੇਂ 'ਚ ਗੁਰਬਾਣੀ ਨਾਲ ਜੁੜੇ ਰਹੀਏ। ਪਰ ਹੁਣ ਸਾਨੂੰ ਇੱਕ ਐਸਾ ਸੋਰਸ ਮਿਲ ਗਿਆ, ਇੱਕ ਐਸਾ ਵਸੀਲਾ ਮਿਲ ਗਿਆ, ਜਿਹਦੇ ਨਾਲ ਅਸੀਂ ਰੋਜ਼ ਸਵੇਰੇ ਸਤਿਗੁਰੂ ਦੀ ਕਿਰਪਾ ਨਾਲ ਆਪਸ ਜਿੱਥੇ ਸੰਗਤ ਇੱਕ ਦੂਜੇ ਦੇ ਦਰਸ਼ਨ ਹੁੰਦੇ ਨੇ, ਵਿਚਾਰ ਸਾਂਝੇ ਹੁੰਦੇ ਨੇ, ਉੱਥੇ ਗੁਰਬਾਣੀ ਦੀਆਂ ਗੱਲਾਂ ਹੁੰਦੀਆਂ ਨੇ, ਮਰਿਆਦਾ ਦੀਆਂ ਗੱਲਾਂ ਹੁੰਦੀਆਂ ਨੇ, ਸਿੱਖ ਇਤਿਹਾਸ ਦੀਆਂ ਗੱਲਾਂ ਹੁੰਦੀਆਂ ਨੇ। ਔਰ ਇਸ 1.25 ਸਾਲ ਦੇ ਵਿੱਚ ਘੱਟੋ ਘੱਟ ਮੈਂ ਆਪਣਾ ਤੇ ਜ਼ਰੂਰ ਕਹਾਂਗਾ ਕਿ ਬਹੁਤ ਕੁਝ ਨਵਾਂ ਜਿਹੜਾ ਉਹ ਸਿੱਖਣ ਨੂੰ ਮਿਲਿਆ। ਤੋ ਇਸ ਕਰਕੇ ਸਾਨੂੰ ਵੀਰ ਜੀ ਨੇ ਜਿਵੇਂ ਕਿੱਕਰ ਸਿੰਘ ਨੇ ਦੱਸਿਆ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਇਹ ਪਾਠ ਜਿਹੜਾ ਰੱਖਣਾ। ਔਰ ਦੂਜੀ ਗੱਲ ਇਹ ਹੈ ਕਿ ਜਿਹੜੀ ਸਿੱਖ ਰਹਿਤ ਮਰਿਆਦਾ ਹੈ, ਜਿਹੜੀ ਸਾਡੀ ਚਾਨਣ ਮੁਨਾਰ ਹੈ ਪੰਥਕ ਤੌਰ ਤੇ, ਉਹਦੇ ਵਿੱਚ ਵੀ ਇਹ ਗੱਲਾਂ ਲਿਖੀਆਂ ਨੇ, ਤਾਂ ਵੀ ਸਾਨੂੰ ਇਹ ਇਸ ਕਰਕੇ ਕਰਨੀਆਂ ਜ਼ਰੂਰੀ। ਤੋ ਵੀਰ ਜੀ, ਆਪ ਜੀ ਦਾ ਇੱਕ ਵਾਰੀ ਫੇਰ ਵੀ ਬਹੁਤ ਬਹੁਤ ਧੰਨਵਾਦ।